सतगुरां दी साजी निवाजी, गुरु रूप प्यारी, गुरु सवारी साध संगत जी। आप सारियां संगतां गुरु दरबार दे विच आपो अपने जीवन दे कुछ पल सफले करन वास्ते पहुँचे हाँ। परमात्मा ने बख्शिश कीती है। परमात्मा दी बख्शिश सदका मनुख दे उद्यम उपराला करके परमात्मा दे गुरबाणी नूं पढ़न अते सुनन दे यतन करदा है। परमात्मा दे घर दे विच उस धन की प्राप्ति मनुख करन दे यतन करदा है, जिहड़े धन नूं कोई चोर चुरा नहीं सकदा, पानी डोब नहीं सकदा, अगन उसनूं जाल नहीं सकदी। अते वो धन जिहड़ा एक दूसरे नूं दिता भी नहीं जा सकदा। समाज दे विच जिन्ने मनुख दे नियम ने इहदे विच लेने देने दा संबंध है जिहड़ा ये चलिया होया है। लेने देने करके मनुख दे संबंध समाज विच बने हुए ने। परमात्मा दे घर दे विच एक धन ऐसा है जिहड़ा धन मनुख एक वारी इकत्तर कर लवे, उस दे कोलों धन नूं चुराया नहीं जा सकदा। मानक मोती नाम प्रभ उन लगै नाहीं सन। कोई चोर सन ला के इस धन नूं चुरा नहीं सकदा। मनुख ने जिन्ना कुछ भी समाज दे विच इकट्ठा कीता है, इनू पानी डोब सकदा है, अगन जला सकदी है, चोर इस नूं चुरा सकदा है। और जिन्ना ज़्यादा धन इकट्ठा मनुख ने कीता है, उन्ना ही इस दे धन नूं, इस दी जिंदगी नूं, इस दे परिवार नूं, सारिਆਂ ਨੂੰ उन्ना वड्डा खतरा जिहड़ा है वो पैदा हो जाता है। आम मनुख दुनिया के जिहड़े मर्जी कोने ते तुरया फिरदा रहे, बहुती दुनिया फुटपाथ ते सुत्ती रहिंदी है, बड़ी आराम दी नींद। बहुते मनुख ऐसे ने जिन्हां नूं बड़े बड़े महलों दे विच भी मैडिसन लैके फिर उन्हां नूं नींद आउंदी है, वरना रात दे समय उन्हां नूं नींद नहीं आउंदी। मनुख ने जिन्ना धन अपने लैवल ते इकट्ठा कीता है, जो भी संपदा इन्हें इकट्ठी कीती है, वो सारी दी सारी संपदा नूं हर एक पक्ष तो खतरा ही खतरा है। कोई भी चीज़ ऐसी नहीं है जिहड़ी खतरे तो खाली होवे। बच्चे ने
ਬੱਚਿਆਂ ਦੀ ਪਰਵਰਿਸ਼ ਕਰਨੀ ਹੈ, ਨਿਗਾਹ ਰੱਖਣੀ ਪੈਂਦੀ ਹੈ, ਧਨ ਸੰਪਦਾ ਦੀ ਨਿਗਾਹ ਰੱਖਣੀ ਪੈਂਦੀ ਹੈ, ਮਾਲ ਡੰਗਰ ਦੀ ਨਿਗਾਹ ਰੱਖਣੀ ਪੈਂਦੀ ਹੈ, ਆਪਣਾ ਘਰ ਮਕਾਨ ਸੋਹਣਾ ਬਣਾਇਆ ਉਸ ਦੀ ਨਿਗਾਹ ਰੱਖਣੀ ਪੈਂਦੀ ਹੈ। ਜਿੰਨਾ ਜ਼ਿਆਦਾ ਵਸਤੂਆਂ ਇਕੱਠੀਆਂ ਕੀਤੀਆਂ ਨੇ ਮਨੁੱਖ ਦੀ ਜ਼ਿੰਦਗੀ ਨੂੰ, ਓਨਾ ਹੀ ਜ਼ਿਆਦਾ ਵੱਡਾ ਸਮਾਜ ਵਿੱਚ ਖਤਰਾ ਹੈ। ਜਿੰਨਾ ਕੁਝ ਵੀ ਇਹ ਇਕੱਤਰ ਕਰ ਰਿਹਾ ਹੈ ਕਿ ਮੈਂ ਸ਼ਾਇਦ ਇਹ ਇੰਨਾ ਧਨ ਇਕੱਠਾ ਕਰਕੇ ਸੁਖੀ ਹੋ ਜਾਊਂਗਾ, ਪਰ ਐਸਾ ਨਹੀਂ ਹੁੰਦਾ। ਇੱਕ ਧਨ ਐਸਾ ਹੈ ਜਿਹੜਾ ਧਨ ਕੋਈ ਚੁਰਾ ਨਹੀਂ ਸਕਦਾ, ਅਗਨ ਜਾਲ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਚੋਰ ਉਸ ਨੂੰ ਚੁਰਾ ਨਹੀਂ ਸਕਦਾ। ਉਹ ਧਨ ਹੈ ਪਰਮਾਤਮਾ ਦਾ ਨਾਮ। ਜਦੋਂ ਮਨੁੱਖ ਜਿਹੜਾ ਪਰਮਾਤਮਾ ਦਾ ਨਾਮ ਸਿਮਰਨ ਕਰ ਰਿਹਾ ਹੈ, ਬਿਲਕੁਲ ਨਿਰਲੇਪ ਹੋ ਗਿਆ ਦੁਨੀਆ ਦੇ ਨਾਲੋਂ, ਦੁਨੀਆ ਉਸ ਤੋਂ ਧਨ ਖੋਹਣ ਦੇ ਯਤਨ ਤੇ ਬੜੇ ਕਰਦੀ ਹੈ, ਪਰ ਖੋਇਆ ਨਹੀਂ ਜਾ ਸਕਦਾ। ਦੁਨੀਆ ਇਹ ਸ਼ੀਸ਼ਿਆਂ ਨੂੰ ਤੋੜਨ ਦੇ ਬੜੇ ਯਤਨ ਕਰਦੀ ਹੈ, ਬੜੇ ਸ਼ੀਸ਼ੇ ਇਸ ਦੁਨੀਆ ਨੇ ਤੋੜੇ ਨੇ, ਪਰ ਜਿਹੜਾ ਮਨੁੱਖਤਾ ਦੇ ਅੰਦਰ ਦਾ ਧਨ ਇਕੱਠਾ ਕੀਤਾ ਉਹਨੂੰ ਕੋਈ ਚੁਰਾ ਨਹੀਂ ਸਕਦਾ। ਭਾਵੇਂ ਕਬੀਰ ਸਾਹਿਬ ਨੂੰ ਸੰਗਲਾਂ ਨਾਲ ਬੰਨ੍ਹ ਕੇ ਦਰਿਆਵਾਂ ਦੇ ਵਿੱਚ ਦੀ ਰੋੜਿਆ ਗਿਆ, ਪਰ ਕਬੀਰ ਸਾਹਿਬ ਜੀ ਤੇ ਉੱਥੇ ਵੀ ਸਿਮਰਨ ਬੰਦਗੀ ਕਰਦੇ ਰਹੇ ਨੇ। ਮਨਸੂਰ ਦੀ ਖੱਲ ਉਤਾਰ ਦਿੱਤੀ ਹੈ, ਫਿਰ ਵੀ ਸਿਮਰਨ ਬੰਦਗੀ ਤੇ ਮਨਸੂਰ ਜੀ ਕਰਦੇ ਰਹੇ ਨੇ। ਇਹ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇਸ ਧਨ ਨੂੰ ਕੋਈ ਵੀ ਲੁੱਟ ਨਹੀਂ ਸਕਦਾ, ਭਾਵੇਂ ਕਰੋੜਾਂ ਵੀ ਯਤਨ ਕਿਉਂ ਨਾ ਕਰੇ ਕੋਈ। ਜਿਹੜੇ ਮਨੁੱਖ ਨੇ ਆਪ ਵਸਤੂ ਪੈਦਾ ਕੀਤੀ ਹੈ, ਬੜਾ ਕੁਛ ਇਕੱਤਰ ਕੀਤਾ ਹੈ, ਉਵੇਂ ਇਸ ਦੀ ਜਿਹੜੀ ਜ਼ਿੰਦਗੀ ਹੈ ਇਹ ਖਤਰਿਆਂ ਦੇ ਵਿੱਚ ਦਿਨੋਂ ਦਿਨ ਉਲਝਦੀ ਤੁਰੀ ਜਾਂਦੀ ਰਹਿੰਦੀ ਹੈ। ਬਹੁਤਾ ਧਨ ਨਹੀਂ ਜਿਨ੍ਹਾਂ ਦੇ ਕੋਲ, ਉਹਨਾਂ ਨੂੰ ਕੋਈ ਖਤਰਾ ਨਹੀਂ ਹੈ। ਔਰ ਜਿੰਨੀਆਂ ਵਸਤੂਆਂ, ਜਿੰਨੇ ਪਦਾਰਥ ਮਨੁੱਖ ਆਪਣੇ ਕੋਲ ਇਕੱਤਰ ਕਰਦਾ ਹੈ, ਇਹ ਸਾਰੀ ਦੀਆਂ ਸਾਰੀਆਂ ਵਸਤੂਆਂ, ਸਾਰੇ ਦੇ ਸਾਰੇ ਪਦਾਰਥ ਜ਼ਿੰਦਗੀ ਦੇ ਵਿੱਚ ਇੱਕ ਦੁਸ਼ਮਣੀ ਦਾ ਰੂਪ ਧਾਰਨ ਕਰ ਲੈਂਦੇ ਨੇ। ਇਹ ਵੀ ਦੁਸ਼ਮਣ ਬਣ ਜਾਂਦੇ ਨੇ। ਪਰ ਮਨੁੱਖ ਹਮੇਸ਼ਾ ਹੀ ਉਹੀ ਚੀਜ਼ ਇਕੱਤਰ ਕਰਦਾ ਹੈ ਜਿਹੜੀ ਚੀਜ਼ ਤੋਂ ਇਹਦੀ ਜ਼ਿੰਦਗੀ ਨੂੰ ਖਤਰਾ ਹੈ, ਕਿਉਂਕਿ ਇਹ ਬਾਹਰੋਂ ਬਹੁਤਾ ਵੱਡਾ ਕਾਮਯਾਬ ਹੋਣਾ ਚਾਹੁੰਦਾ ਹੈ। ਇੱਥੇ ਹੀ ਦੁਨੀਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਆਪਸੀ ਫਰਕ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਨੁੱਖ ਨੂੰ ਅੰਦਰੋਂ ਕਾਮਯਾਬ ਬਣਾਉਂਦੇ ਨੇ ਕਿ ਉਹ ਧਨ ਇਕੱਤਰ ਕਰ ਜਿਹੜੇ ਧਨ ਨੂੰ ਕੋਈ ਲੁੱਟ ਨਾ ਸਕੇ। ਉਹ ਧਨ ਇਕੱਤਰ ਕਰ। ਹੁਣ ਉਹ ਧਨ ਹੈ ਸਿਮਰਨ ਬੰਦਗੀ। ਹੁਣ ਸਿਮਰਨ ਬੰਦਗੀ ਤੋਂ ਬਿਨਾਂ ਜਿਹੜਾ ਬਾਕੀ ਦਾ ਧਨ ਹੈ, ਇਹ ਤੇ ਸਾਰੇ ਦਾ ਸਾਰਾ ਲੁੱਟਿਆ ਜਾਣਾ ਹੈ। ਹੈਰਾਨਗੀ ਦੀ ਗੱਲ ਹੈ ਕਿ ਜਦੋਂ ਮਨੁੱਖ ਦੇ ਅੰਤਮ ਸਮੇਂ ਜਿਹੜੇ ਵਸਤਰ ਪਾਏ ਜਾਂਦੇ ਨੇ, ਜਿਨ੍ਹਾਂ ਨੂੰ ਕਫਨ ਕਿਹਾ ਜਾਂਦਾ ਹੈ, ਉਹਦੇ ਗੀਝੇ ਨਹੀਂ ਹੁੰਦੇ, ਉਹਦੀ ਕੋਈ ਜੇਬ ਨਹੀਂ ਹੁੰਦੀ। ਇਹ ਤੇ ਦੁਨੀਆ ਨੇ ਸਾਰਾ ਕੁਝ ਹੀ ਮਨੁੱਖ ਦਾ ਲੁੱਟ ਲਿਆ ਹੈ। ਪਰ ਜਿਹੜਾ ਸਿਮਰਨ ਬੰਦਗੀ ਕੀਤੀ ਹੋਈ ਮਨੁੱਖ ਦੀ ਹੈ, ਉਹਨੂੰ ਇਹ ਦੁਨੀਆ ਲੁੱਟ ਨਹੀਂ ਸਕਦੀ। ਉਹ ਹਮੇਸ਼ਾ ਹੀ ਸ਼ਮਸ਼ਾਨ ਘਾਟ ਤੋਂ ਅਗਾਹਾਂ ਦੀ ਜਿਹੜੀ ਵਸਤੂ ਹੈ, ਉੱਥੇ ਜਾ ਕੇ ਵੀ ਇਹ ਮਨੁੱਖ ਦਾ ਸਾਥ ਦਿੰਦੀ ਹੈ। ਪਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੈਨੂੰ ਪਤਾ ਹੀ ਨਹੀਂ ਲੱਗ ਰਿਹਾ
ਇਹ ਤੇ ਕਹਿੰਦਾ ਕਿ ਜਿੰਨਾ ਮੈਂ ਧਨ ਕਮਾਇਆ ਮੇਰੇ ਕੋਲ ਹੈ, ਜਿੰਨੇ ਪਦਾਰਥ ਕਮਾਏ ਨੇ ਮੇਰੇ ਕੋਲ ਨੇ। ਖਤਰੇ ਤੋਂ ਖਾਲੀ ਨਹੀਂ ਹੈ, ਖਤਰਾ ਤੇ ਹੈ, ਖਤਰਾ ਤੇ ਬਣਿਆ ਹੋਇਆ ਹੈ। ਤੈਨੂੰ ਦਿਨੋਂ ਦਿਨ ਲੁਟੇਰੇ ਲੁੱਟ ਰਹੇ ਨੇ, ਪਰ ਤੈਨੂੰ ਪਤਾ ਨਹੀਂ ਲੱਗ ਰਿਹਾ। ਕਾਮ ਲੁੱਟ ਰਿਹਾ ਹੈ, ਕ੍ਰੋਧ ਲੁੱਟ ਰਿਹਾ ਹੈ, ਮੋਹ, ਲੋਭ, ਹੰਕਾਰ, ਇਹ ਸਾਰੀਆਂ ਵਾਸ਼ਨਾਵਾਂ ਤੈਨੂੰ ਦਿਨੋਂ ਦਿਨ ਲੁੱਟ ਰਹੀਆਂ ਨੇ। ਬਾਹਰੀ ਜਿਹੜਾ ਜੀਵਨ ਹੈ ਇਹ ਤੇ ਲੁੱਟਿਆ ਜਾ ਰਿਹਾ ਦਿਨੋਂ ਦਿਨ, ਪਰ ਤੈਨੂੰ ਪਤਾ ਨਹੀਂ ਲੱਗਿਆ। ਤੈਨੂੰ ਪਤਾ ਉਸ ਦਿਨ ਲੱਗੂਗਾ ਜਿਸ ਦਿਨ ਤੇਰਾ ਬਿਲਕੁਲ ਸਾਰੇ ਦਾ ਸਾਰਾ ਘਰ ਖਾਲੀ ਹੋ ਗਿਆ। ਇਹ ਲੁਟੇਰੇ ਨੇ ਜਿਹੜੇ ਦਿਨ ਰਾਤ ਮਨੁੱਖ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਲੁੱਟ ਲੈਂਦੇ ਨੇ। ਸੁਚੱਜੇ ਢੰਗ ਦੇ ਨਾਲ ਇਸ ਵਾਸਤੇ ਲੁੱਟ ਲੈਂਦੇ ਨੇ ਕਿ ਮਨੁੱਖ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਲੁੱਟਿਆ ਜਾ ਰਿਹਾ। ਕ੍ਰੋਧ ਮਨੁੱਖ ਨੂੰ ਦਿਨ ਰਾਤ ਲੁੱਟਦਾ ਹੈ, ਹੰਕਾਰ ਲੁੱਟ ਰਿਹਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜਾ ਤੈਨੂੰ ਇਤਨਾ ਸੁਚੱਜੇ ਢੰਗ ਦਾ ਜੀਵਨ ਬਖਸ਼ਿਆ ਸੀ, ਅੰਦਰੂਨੀ ਜੀਵਨ, ਅੰਦਰ ਦੀ ਦੁਨੀਆ, ਪਰਲੋਕ ਦੀ ਦੁਨੀਆ, ਉਹ ਤੇਰੀ ਅੰਦਰ ਦੀ ਤਾਕਤ ਦਿਨੋਂ ਦਿਨ ਖਤਮ ਹੁੰਦੀ ਜਾ ਰਹੀ ਹੈ। ਦਿਨੋਂ ਦਿਨ ਉਹ ਤੇਰੀ ਸੰਪਦਾ, ਉਹ ਤੇਰੀ ਪੂੰਜੀ ਹੈ ਜਿਹੜੀ ਉਹ ਲੁੱਟੀ ਜਾ ਰਹੀ ਹੈ। ਪੁਰਾਤਨ ਸਮਿਆਂ ਦਾ ਯੁੱਗ, ਜਿਹੜੇ ਰਿਸ਼ੀ ਮੁਨੀ ਹੁੰਦੇ ਸਨ ਤਮਾਮ ਭਾਰਤ ਦੇ, ਉਹਨਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਉਮਰਾਂ ਹੁੰਦੀਆਂ ਸਨ, ਕਿਉਂਕਿ ਉਹ ਪ੍ਰਾਣਾਯਾਮ ਕਰਕੇ ਆਪਣੇ ਸਵਾਸਾਂ ਨੂੰ ਰੋਕ ਲੈਂਦੇ ਸਨ। ਜਦ ਸਵਾਸ ਹੀ ਨਾ ਬਤੀਤ ਹੋਏ ਤੇ ਜ਼ਿੰਦਗੀ ਤੇ ਆਪਣੇ ਆਪ ਹੀ ਵੱਡੀ ਹੋਵੇਗੀ। ਜਦ ਸਵਾਸ ਹੀ ਨਹੀਂ ਬਤੀਤ ਹੋ ਰਹੇ, ਜਿੰਨੇ ਪਰਮਾਤਮਾ ਨੇ ਦੇਹੀ ਵਿੱਚ ਪਾਏ ਨੇ ਉਹਨੇ ਤੇ ਬਤੀਤ ਹੋਣੇ ਨੇ, ਪਰ ਉਹ ਬਤੀਤ ਨੇ ਇਸ ਕਰਕੇ ਉਹਨਾਂ ਦੀਆਂ ਉਮਰਾਂ ਸੀ ਜਿਹੜਾ ਜ਼ਿਆਦਾ ਵੱਡੀਆਂ ਹੁੰਦੀਆਂ ਸਨ, ਕਿਉਂਕਿ ਸਿਮਰਨ ਬੰਦਗੀ ਕਰਨਾ, ਪ੍ਰਾਣਾਯਾਮ ਕਰਕੇ ਸਵਾਸਾਂ ਨੂੰ ਰੋਕ ਲੈਣਾ ਔਰ ਬਹੁਤ ਜ਼ਿਆਦਾ ਘੱਟ ਸੌਣਾ। ਔਰ ਉਹਨਾਂ ਦੀਆਂ ਜ਼ਿੰਦਗੀਆਂ ਸੀ ਜਿਹੜੀਆਂ ਬਿਲਕੁਲ ਵੀ ਉਹਨੂੰ ਕੋਈ ਲੁੱਟ ਨਹੀਂ ਸਕਦਾ ਸੀ। ਦਿਨ ਰਾਤ ਲੁਟੇਰੇ ਇਸ ਨੂੰ ਲੁੱਟ ਰਹੇ ਨੇ, ਮਨੁੱਖਤਾ ਦੇ ਜੀਵਨ ਨੂੰ। ਪਰ ਜੇ ਬਾਹਰੀ ਸੰਪਤਾ ਕੋਈ ਲੁੱਟੀ ਜਾਵੇ ਤੇ ਮਨੁੱਖ ਬੜਾ ਰੌਲਾ ਪਾਉਂਦਾ ਹੈ, ਬੜਾ ਰੌਲਾ ਪਾਉਂਦਾ ਹੈ। ਜਿਹੜੀ ਮਨੁੱਖ ਦੀ ਅੰਦਰ ਦੀ ਸੰਪਤਾ ਹੈ ਇਹ ਲੁੱਟੀ ਜਾ ਰਹੀ ਹੈ, ਔਰ ਇਹ ਦਿਨ ਰਾਤ ਬੜੇ ਸੁਚੱਜੇ ਢੰਗ ਦੇ ਨਾਲ ਇਹਨਾਂ ਨੂੰ ਲੁਟਾ ਰਿਹਾ ਹੈ ਵੀ ਲੁੱਟ ਲਓ ਦਿਨ ਰਾਤ। ਕਦੀ ਕਦਾਈ ਇਸ ਦਾ ਮਨ ਕਰਦਾ ਹੈ ਕਿ ਕਿਉਂ ਨਾ ਸਿਮਰਨ ਬੰਦਗੀ ਕਰਕੇ ਪਰਮਾਤਮਾ ਦੇ ਨਾਲ ਜੁੜੀਏ, ਇਹਨਾਂ ਲੁਟੇਰਿਆਂ ਨੂੰ ਘਰ ਦੇ ਵਿੱਚੋਂ ਬਾਹਰ ਕਰੀਏ। ਕਿਉਂਕਿ ਜਿਸ ਮਨੁੱਖ ਦੇ ਅੰਦਰ ਨਾਮ ਚਲਿਆ ਜਾਂਦਾ ਹੈ ਉਸ ਘਰ ਦੇ ਵਿੱਚੋਂ ਇਹਨਾਂ ਲੁਟੇਰਿਆਂ ਨੂੰ ਬਾਹਰ ਨਿਕਲਣਾ ਪੈਂਦਾ ਹੈ। ਜਿਸ ਘਰ ਦੇ, ਜਿਸ ਦੇਹੀ ਦੇ ਅੰਦਰ ਪਰਮਾਤਮਾ ਦਾ ਨਾਮ ਚਲਿਆ ਜਾਂਦਾ ਹੈ। ਕਿਨਕਾ ਏਕ ਜਿਸ ਜੀਵ ਵਸਾਵੈ, ਤਾ ਕੀ ਮਹਿਮਾ ਗਣੀ ਨਾ ਆਵੇ। ਕਿਨਕਾ ਇੱਕ ਸ਼ਬਦ, ਇੱਕ ਸ਼ਬਦ ਗੁਰੂ ਦਾ ਜਿਸ ਦੇ ਅੰਦਰ ਚਲਿਆ ਗਿਆ, ਉਹ ਇਹ ਸਾਰੇ ਦੇ ਸਾਰੇ ਵਿਸ਼ੇ ਵਿਕਾਰਾਂ ਨੂੰ ਬਾਹਰ ਕੱਢ ਦਿੰਦਾ ਹੈ। ਜੇ ਹਜੇ ਤੱਕ ਬਹੁਤ ਲੰਮਾ ਸਮਾਂ ਹੋ ਗਿਆ, ਜੇ ਹਜੇ ਤੱਕ ਵੀ ਇਹ ਵਿਸ਼ੇ ਵਿਕਾਰ ਨਹੀਂ ਨਿਕਲੇ ਤਾਂ ਸਮਝ ਲੈਣਾ ਕਿ ਹਜੇ ਤੱਕ ਗੁਰੂ ਦਾ ਸ਼ਬਦ ਅੰਦਰ ਨਹੀਂ ਗਿਆ। ਹਜੇ ਤੱਕ ਸਿਰਫ ਇੱਕ ਕੰਨ ਨੇ ਸੁਣਿਆ ਤੇ ਦੂਸਰੇ ਕੰਨ ਦੀ ਬਾਹਰ ਨਿਕਲ ਗਿਆ ਹੈ, ਅੰਦਰ ਪ੍ਰਵੇਸ਼ ਨਹੀਂ ਕੀਤਾ। ਜਿਸ ਦਿਨ ਇਹ ਅੰਦਰ ਪ੍ਰਵੇਸ਼ ਕਰੇਗਾ
ਉਸੇ ਦਿਨ ਤੇ ਇਹਦੀ ਅਵਸਥਾ ਜਿਹੜੀ ਹੈ ਬਹੁਤ ਉੱਚੀ ਹੋ ਜਾਵੇਗੀ। ਬਾਬਾ ਫਰੀਦ ਜੀ ਪਾਕਪਟਨ ਦੀ ਧਰਤੀ ਤੇ ਸਿੰਧ ਦਰਿਆ ਬਹੁਤ ਉਛਾਲਾਂ ਮਾਰਦਾ ਹੈ। ਘਰਾਂ ਦੇ ਘਰ ਸੀ ਜਿਹੜੇ, ਉਹਨਾਂ ਨੂੰ ਢਹਿ ਢੇਰੀ ਕਰਕੇ ਲੈ ਗਿਆ ਨਾਲ, ਬੜੀਆਂ ਛਾਲਾਂ ਮਾਰਦਾ ਹੈ। ਸ਼ਹਿਰ ਦੇ ਵਾਸੀ ਲੋਕ ਸੀ ਜਿਹੜੇ ਫਰੀਦ ਦੇ ਕੋਲ ਆਏ, ਫਰੀਦਾ ਇਹ ਦਰਿਆ ਤੇ ਸਾਡੇ ਸਾਰੇ ਦੇ ਸਾਰੇ ਘਰ ਜਿਹੜਾ ਹੈ ਇਹ ਲੁੱਟ ਕੇ ਲੈ ਕੇ ਜਾ ਰਿਹਾ, ਸਾਰਿਆਂ ਨੂੰ ਢਾਹ ਕੇ ਆਪਣੇ ਨਾਲ ਲੈ ਕੇ ਜਾ ਰਿਹਾ ਹੈ। ਬਾਬਾ ਫਰੀਦ ਜੀ ਕਹਿੰਦੇ ਚਲੋ ਦੇਖਦੇ ਹਾਂ। ਚਲੇ ਗਏ ਨਾਲ ਪਿੰਡ ਦੇ ਲੋਕ ਦਰਿਆ ਦੇ ਕੰਢੇ ਤੇ, ਕਿਉਂਕਿ ਜਿਹੜਾ ਇਹ ਪਾਕਪਟਨ ਸ਼ਹਿਰ ਹੈ ਇਹਦੇ ਆਲੇ ਦੁਆਲੇ ਜਿੰਨੇ ਬਹੁਤੇ ਕਸਬੇ ਇਹੋ ਜਿਹੇ ਵਸੇ ਹੋਏ ਸਨ, ਜਿਹੜੇ ਕਸਬੇ ਮਹਾਂਪੁਰਖ ਪੀਰ ਬੜੇ ਉਸ ਜਗ੍ਹਾ 'ਤੇ ਤਪੱਸਿਆ ਕਰਦੇ ਰਹੇ ਨੇ। ਪਾਕਿਸਤਾਨ ਦੇ ਵਿੱਚ ਇਹ ਕਸਬਾ ਹੈ। ਔਰ ਇੱਥੇ ਬਾਬਾ ਫਰੀਦ ਜੀ ਜਦ ਚਲੇ ਗਏ ਤੇ ਬਾਬਾ ਫਰੀਦ ਜੀ ਕਹਿੰਦੇ ਦਰਿਆਵਾ ਤੂੰ ਇਹਨਾਂ ਦੇ ਘਰ ਕਿਉਂ ਰੋੜ ਕੇ ਲੈ ਕੇ ਜਾ ਰਹੇ ਹੈ? ਯਾਦ ਰੱਖ, ਜੇ ਤੂੰ ਇਹਨਾਂ ਦੇ ਘਰ ਰੋੜ ਕੇ ਲੈ ਕੇ ਜਾ ਰਹੇ ਹੈ ਨਾ, ਤੈਨੂੰ ਲੇਖਾ ਦੇਣਾ ਪਵੇਗਾ। ਤੈਨੂੰ ਲੇਖਾ ਦੇਣਾ ਪਵੇਗਾ। ਪਰ ਦਰਿਆ ਦੀਆਂ ਜਿਹੜੀਆਂ ਛੱਲਾਂ ਨੇ ਉਹ ਤੇ ਵਗ ਰਹੀਆਂ ਨੇ, ਬੜੀਆਂ ਛੱਲਾਂ ਮਾਰ ਰਿਹਾ। ਬਾਬਾ ਫਰੀਦ ਸਾਹਿਬ ਜੀ ਜਦ ਨਗਰ ਦੇ ਲੋਕ ਕਹਿਣ ਲੱਗੇ ਫਰੀਦਾ ਇਹ ਤੇ ਗੱਲ ਨਹੀਂ ਸੁਣ ਰਿਹਾ, ਕਾਰਨ ਕੀ ਹੈ? ਕੰਧੀ ਵਹਿਣ ਨਾ ਢਾਹੇ ਤਉ ਭੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ ਬਹਿਣ ਤਿੰਦਾਉ ਗਾਉ ਕਰੇ। ਬਾਬੇ ਫਰੀਦ ਸਾਹਿਬ ਦੀਆਂ ਦੀ ਜ਼ੁਬਾਨ ਦੇ ਵਿੱਚੋਂ ਨਿਕਲਿਆ। ਭਾਈ ਜਿਹੜਾ ਪਰਮਾਤਮਾ ਦਾ ਹੁਕਮ ਹੈ, ਅੱਲਾ ਦਾ ਹੁਕਮ ਹੈ, ਅੱਲਾ ਦਾ ਹੁਕਮ ਇਸ ਦਰਿਆ ਤੇ ਚੱਲ ਰਿਹਾ ਹੈ। ਹੁਣ ਤੁਸੀਂ ਇੰਜ ਕਰੋ, ਇਸ ਦੇ ਕੰਢੇ ਤੇ ਖੜੇ ਆ, ਦੁਆਵਾਂ ਕਰੋ ਸਾਰੇ ਨਗਰ ਦੇ ਲੋਕ ਰਲ ਕੇ ਕਿ ਆਪਣੀ ਦੁਆ ਜਿਹੜੀ ਹੈ ਉਹ ਅੱਲਾਹ ਤਾਲਾ ਤੱਕ ਪਹੁੰਚ ਜਾਵੇ। ਜਦ ਬਾਬੇ ਫਰੀਦ ਨੇ ਕਿਹਾ ਤੇ ਉਹਨਾਂ ਸਮਿਆਂ ਦੇ ਵਿੱਚ ਬਾਬਾ ਫਰੀਦ ਜੀ ਉਹਨਾਂ ਦੀ ਚੰਗੀ ਪੂਜਾ ਲੋਕ ਕਰਦੇ ਸਨ, ਕਿਉਂਕਿ ਉਹ ਸਿਮਰਨ ਬੰਦਗੀ ਕਰਦੇ ਸਨ। ਸਿਮਰਨ ਬੰਦਗੀ ਦੇ ਵਿੱਚ ਉਹਨਾਂ ਨੇ ਨਗਰ ਤੋਂ ਬਾਹਰ ਰਹਿਣਾ, ਛੋਟੇ ਜਿਹੇ ਕਸਬੇ ਦੇ ਵਿੱਚ ਉੱਥੇ ਸਿਮਰਨ ਬੰਦਗੀ ਕਰਦੇ ਰਹਿਣਾ, ਕਿਉਂਕਿ ਜਿਹੜੇ ਪੁਰਾਤਨ ਸਾਧੂ ਮਹਾਤਮਾ ਤੱਤਵੇਤੇ ਹੁੰਦੇ ਸਨ ਉਹ ਜ਼ਿਆਦਾਤਰ ਨਗਰ ਤੋਂ ਬਾਹਰ ਇਕਾਂਤ ਜਗ੍ਹਾ 'ਤੇ ਜਾ ਕੇ ਹੀ ਸਿਮਰਨ ਬੰਦਗੀ ਕਰਦੇ ਸਨ। ਬਹੁਤੇ ਮਹਾਂਪੁਰਖ ਤੱਤਵੇਤੇ ਪਹਾੜਾਂ ਦੇ ਵਿੱਚ ਜਾ ਕੇ, ਬਰਫੀਲੇ ਪਹਾੜਾਂ ਦੇ ਵਿੱਚ ਜਾ ਕੇ ਵੀ ਸਿਮਰਨ ਬੰਦਗੀ ਕਰਦੇ ਸਨ। ਜਦ ਇਹਨਾਂ ਦੇ ਬਾਬਾ ਫਰੀਦ ਸਾਹਿਬ ਜੀ ਉੱਥੇ ਬੈਠੇ, ਉਹਨਾਂ ਦੀ ਪੂਜਾ ਪ੍ਰਸਥਾ ਜ਼ਿਆਦਾ ਕਰਦੇ ਸਨ ਲੋਕ। ਬਾਬਾ ਫਰੀਦ ਜੀਆਂ ਨੇ ਜਦੋਂ ਇਹ ਹੁਕਮ ਕੀਤਾ ਤੇ ਸਾਰੇ ਪਿੰਡ ਦੇ ਜਿਹੜੇ ਲੋਕ ਸੀ, ਕਸਬੇ ਦੇ ਲੋਕ, ਉਹਨਾਂ ਨੇ ਮੰਨ ਲਿਆ। ਸਾਰੇ ਜਿਵੇਂ ਬਾਬੇ ਫਰੀਦ ਨੇ ਕਿਹਾ ਕਿ ਅੱਲਾ ਦੇ ਅੱਗੇ ਦੁਆਵਾਂ ਕਰੋ, ਆਪਣੀ ਦੁਆ ਪਹੁੰਚ ਜਾਵੇਗੀ। ਸਾਰੇ ਨਗਰ ਦੇ ਜਦੋਂ ਲੋਕ ਇਕੱਤਰ ਹੋਏ, ਅੱਲਾ ਦੇ ਅੱਗੇ ਦੁਆਵਾਂ ਕਰਦੇ ਨੇ। ਉਹ ਦੁਆਵਾਂ ਕਰਦਿਆਂ ਐਸੀ ਦੁਆ ਪਰਮਾਤਮਾ ਤੱਕ, ਅੱਲਾ ਤੱਕ ਪਹੁੰਚੀ। ਦੁਆ ਕਰਦਿਆਂ ਹੀ ਜਿਹੜਾ ਦਰਿਆ ਦਾ ਪਾਣੀ ਸੀ ਸ਼ਾਂਤ ਹੋ ਗਿਆ ਹੈ। ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਹੁਣ ਉਵੇਂ ਹੀ ਚੱਲਦਾ ਹੈ। ਪਾਉਂਟਾ ਸਾਹਿਬ ਦੀ ਧਰਤੀ, ਉਹਦੇ ਨਾਲ ਦੀ ਇੱਕ ਨਦੀ ਵਹਿੰਦੀ ਹੈ ਪਾਉਂਟਾ ਸਾਹਿਬ, ਆਪ ਸੰਗਤਾਂ ਗਏ ਹੋਣਗੇ। ਜਦੋਂ ਪਾਣੀ ਲੰਘਦਾ ਸੀ ਨਾ, ਉੱਥੇ ਗੁਰੂ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਬਾਣੀ ਲਿਖਣੀ
ਸੁਣਾਉਣੀ ਪੜ੍ਹਨੀ। ਪਾਣੀ ਜਦੋਂ ਲੰਘਦਾ ਸੀ ਬੜਾ ਖੜਾਕ ਕਰਦਾ ਸੀ, ਨਦੀ ਦਾ ਬੜਾ ਖੜਾਕ ਕਰਦਾ ਸੀ। ਕਹਿੰਦੇ ਮਹਾਰਾਜ ਨਦੀ ਦਾ ਪਾਣੀ ਬਹੁਤ ਜ਼ਿਆਦਾ ਰੌਲਾ ਪਾਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਅੱਜ ਤੋਂ ਬਾਅਦ ਇਹ ਨਦੀ ਦਾ ਪਾਣੀ ਇਸ ਤੋਂ ਪਿੱਛੇ ਵੀ ਬਹੁਤ ਰੌਲਾ ਪਾਇਆ ਕਰੇਗਾ, ਅਗਾਹਾਂ ਵੀ ਬਹੁਤ ਰੌਲਾ ਪਾਇਆ ਕਰੇਗਾ, ਪਰ ਇੰਨੀ ਆ ਜਿਹੜੀ ਜਗ੍ਹਾ ਹੈ ਇਸ ਜਗ੍ਹਾ ਵਿੱਚ ਦੀ ਇਹ ਸ਼ਾਂਤ ਹੋ ਕੇ ਲੰਘਿਆ ਕਰੇਗਾ। ਅੱਜ ਤੱਕ ਵੀ ਉਹ ਨਦੀ ਦਾ ਪਾਣੀ ਜੇ ਕੋਈ ਨਦੀ ਦੇ ਪਿੱਛੇ ਜਾਵੇ ਬੜਾ ਤੇਜ਼ ਵਹਾ ਤੇ ਬੜਾ ਖੜਾਕ ਕਰਦਾ ਕਰਦਾ ਲੰਘਦਾ ਹੈ। ਜਦ ਪਾਉਂਟਾ ਸਾਹਿਬ ਦੇ ਪਿਛਾਂ ਵਾਲੀ ਜਗ੍ਹਾ 'ਤੇ ਆ ਜਾਂਦਾ ਹੈ ਬਿਲਕੁਲ ਸ਼ਾਂਤ, ਕੋਈ ਖੜਾਕ ਨਹੀਂ, ਕੋਈ ਤੇਜ਼ ਵਹਾ ਨਹੀਂ। ਕੁਦਰਤੀ ਨਿਯਮ ਅਕਾਲ ਪੁਰਖ ਮਹਾਰਾਜ ਜੀਆਂ ਨੇ ਮਹਾਨ ਕਿਰਪਾ ਗੁਰੂ ਸਾਹਿਬ ਜੀ ਮਹਾਰਾਜ ਨੇ ਕੀਤੀ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਕਾਲ ਪੁਰਖ ਦਾ ਰੱਬੀ ਕੌਤਕ ਦਾਸ ਨੇ ਉੱਥੇ ਆਪ ਦੇਖਿਆ ਉਸ ਨਦੀ 'ਤੇ। ਕਮਾਲ ਦੀ ਗੱਲ ਸੀ ਕਿ ਪਿਛਾਂ ਜਾਂਦੇ ਆ ਅਗਾਹਾਂ ਜਾਂਦੇ ਆ, ਬੜਾ ਤੇਜ਼ ਵਹਾ ਹੈ ਉਸ ਨਦੀ ਦਾ। ਪਾਉਂਟਾ ਸਾਹਿਬ ਦੇ ਜਦ ਕੋਲ ਬੈਠਿਆ ਤੇ ਉਹਦੇ ਵਿੱਚ ਬੱਚੇ ਵੀ ਇਸ਼ਨਾਨ ਕਰੀ ਜਾਂਦੇ ਨੇ, ਬਜ਼ੁਰਗ ਵੀ ਇਸ਼ਨਾਨ ਕਰਦੇ ਨੇ। ਕੋਈ ਵਾਸਤਾ ਹੀ ਨਹੀਂ ਨਦੀ ਦਾ ਪਾਣੀ ਤੇਜ਼ ਹੋ ਜੇ ਜਾਂ ਖੜਾਕ ਕਰੇ। ਬਚਨ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੋਏ। ਬਾਬੇ ਫਰੀਦ ਸਾਹਿਬ ਜੀਆਂ ਦੇ ਜਦ ਸਭ ਨੇ ਦੁਆ ਕੀਤੀ, ਦੁਆ ਪਹੁੰਚ ਗਈ ਸਾਗਰ, ਬੜਾ ਸ਼ਾਂਤ ਹੋ ਕੇ ਲੰਘਿਆ। ਅੱਜ ਉਹ ਵੱਡੇ ਵੱਡੇ ਸਾਗਰ ਦੁਆ ਅੱਲਾ ਤੱਕ ਪਹੁੰਚੀ ਹੈ, ਤੇ ਜਿਹੜੇ ਅੱਲਾ ਤਾਲਾ ਦੇ ਹੁਕਮ ਦੇ ਵਿੱਚ ਇਹ ਦਰਿਆ ਚੱਲਦਾ ਸੀ, ਅੱਲਾ ਤਾਲਾ ਦਾ ਹੁਕਮ ਹੋ ਗਿਆ ਕਿ ਦਰਿਆਵਾ ਹੁਣ ਤੋਂ ਇਹਨਾਂ ਦੇ ਘਰਾਂ ਨੂੰ ਕੁਝ ਨਹੀਂ ਕਹਿਣਾ। ਇਹ ਤੇ ਦੁਆਵਾਂ ਕਰ ਲੱਗ ਪਏ ਨੇ, ਕਿਉਂਕਿ ਮਨੁੱਖ ਦੀ ਤਾਕਤ ਉੱਥੋਂ ਤੱਕ ਕੋਈ ਵੀ ਚੀਜ਼ ਨਹੀਂ ਪਹੁੰਚਦੀ ਜਿੱਥੋਂ ਤੱਕ ਦੁਆ ਪਹੁੰਚ ਜਾਂਦੀ ਹੈ, ਨਹੀਂ ਪਹੁੰਚਦੀ ਉੱਥੋਂ ਤੱਕ। ਦੁਨੀਆ ਦੀ ਕੋਈ ਵੀ ਤਾਕਤ ਉੱਥੋਂ ਤੱਕ ਨਹੀਂ ਪਹੁੰਚਦੀ। ਧਨ ਦੇ ਨਾਲ ਤੇ ਕੋਈ ਦੁਨੀਆ ਦੇ ਵਿੱਚ ਉੱਚੀ ਕੁਰਸੀ 'ਤੇ ਜਾ ਕੇ ਬੈਠ ਸਕਦਾ ਹੈ, ਪਰ ਦੁਆ ਦੇ ਨਾਲ ਜਿਹੜਾ ਮਕਾਮ ਹਾਸਲ ਹੁੰਦਾ ਮਨੁੱਖ ਸੋਚਦਾ ਤੱਕ ਨਹੀਂ ਹੈ ਦੁਆ। ਇਸੇ ਲਈ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਹਾ ਸੀ ਕਿ ਜਦ ਤੁਸੀਂ ਕਿਸੇ ਤੋਂ ਦੁਆ ਲੈਣੀ ਹੈ ਤੇ ਤੁਸੀਂ ਦਇਆ ਕਰਿਓ, ਦਇਆ ਕਰਿਓ ਕਿਸੇ ਤੇ, ਸੇਵਾ ਕਰਿਓ ਦੁਨੀਆ ਦੀ, ਸਿਮਰਨ ਕਰਿਓ ਪਰਮਾਤਮਾ ਦਾ। ਜਦੋਂ ਦੁਨੀਆ ਦੀ ਦੁਆ ਪਰਮਾਤਮਾ ਤੱਕ ਪਹੁੰਚ ਗਈ, ਸੱਚਖੰਡ ਬੈਕੁੰਠ ਧਾਮ ਦੇ ਵਾਸੀ ਬਣ ਜਾਓਗੇ ਤੁਸੀਂ। ਪਰ ਦੁਆ ਤੇ ਲੈਣੀ ਬੜੀ ਔਖੀ ਹੈ। ਦੁਆ ਤੇ ਉਦੋਂ ਮਿਲਦੀ ਹੈ ਜਦੋਂ ਮਨੁੱਖ ਆਪਣੇ ਜੀਵਨ ਦੇ ਵਿੱਚੋਂ ਕਿਸੇ ਨੂੰ ਕੁਝ ਨਾ ਕੁਝ ਦੇ ਕੇ ਉਸ ਤੋਂ ਦੁਆ ਲੈਂਦਾ ਹੈ। ਪਰ ਮਨੁੱਖ ਆਪਣੇ ਜੀਵਨ ਦੇ ਵਿੱਚੋਂ ਕਿਸੇ ਨੂੰ ਕੁਝ ਦੇਣਾ ਨਹੀਂ ਚਾਹੁੰਦਾ। ਮਨੁੱਖ ਤੇ ਸਿਰਫ ਲੈਣ ਦੀ ਭਾਸ਼ਾ ਜਾਣਦਾ ਹੈ। ਲੈਣਾ ਹੈ, ਅੱਜ ਵੀ ਲੈਣਾ ਹੈ, ਕੱਲ੍ਹ ਵੀ ਲੈਣਾ ਹੈ, ਪਰਸੋਂ ਵੀ ਲੈਣਾ ਹੈ, ਸਿਰਫ ਲੈਣਾ ਲੈਣਾ। ਭਾਵੇਂ ਇਹ 70-80 ਸਾਲ ਦਾ ਬੁੱਢਾ ਹੋ ਗਿਆ, ਪਰ ਧਾਰਮਿਕ ਲੈਵਲ 'ਤੇ ਹਜੇ ਤੱਕ ਇਹਦੇ ਕੋਲੇ ਇਕੱਲੇ ਲੈਣ ਦੀ ਭਾਸ਼ਾ ਚੱਲ ਰਹੀ ਹੈ। ਜਿਹੜੇ ਅਕਸਰ ਇਹ 5-7 ਸਾਲ ਦੇ ਬੱਚੇ, 10 ਸਾਲ ਦੇ ਬੱਚੇ, 15 ਸਾਲ ਦੇ ਬੱਚਿਆਂ ਦੀ ਇਹ ਭਾਸ਼ਾ ਹੈ, ਕਿਉਂਕਿ ਬੱਚਾ ਸਿਰਫ ਲੈਣ ਦੀ ਭਾਸ਼ਾ ਜਾਣਦਾ ਹੈ, ਦੇਣ ਦੀ ਭਾਸ਼ਾ ਬੱਚਾ ਨਹੀਂ ਜਾਣਦਾ। ਉਹਨੂੰ ਕੋਈ ਖਿਲੌਣਾ ਦੇ ਦਿਓ, ਭਾਵੇਂ ਕਿਸੇ ਦਾ ਹੋਵੇ, ਜਦ ਪਕੜੋਗੇ ਤੇ ਰੋਵੇਗਾ, ਨਹੀਂ ਦੇਵੇਗਾ। ਸਿਰਫ ਲੈਣ ਦੀ ਭਾਸ਼ਾ ਬੱਚਾ ਜਾਣਦਾ ਹੈ, ਦੇਣ ਦੀ ਭਾਸ਼ਾ ਬੱਚਾ ਨਹੀਂ ਜਾਣਦਾ। ਤੋ ਜੇ 80-90 ਸਾਲ ਤੱਕ ਵੀ ਮਨੁੱਖ ਕਹਿੰਦਾ ਹੈ ਕਿ ਮੈਂ ਸਿਰਫ ਲੈਣਾ, ਸਿਰਫ ਲੈਣਾ, ਦੇਣਾ ਨਹੀਂ ਹੈ, ਤੋ ਇਹ ਧਾਰਮਿਕ ਲੈਵਲ 'ਤੇ ਹਜੇ ਤੱਕ ਬੱਚਾ ਹੀ ਹੈ, ਬੁੱਢਾ ਨਹੀਂ ਹੋਇਆ। ਸਰੀਰ ਕਰਕੇ ਇਹ ਬੁੱਢਾ ਹੋ ਗਿਆ, ਭਾਵੇਂ ਇਹਦੀ ਸਿਆਣੀ ਉਮਰ ਹੋ ਗਈ ਹੈ, ਪਰ ਇਹ ਹਜੇ ਤੱਕ ਸਿਰਫ ਤੇ ਸਿਰਫ ਲੈਣ ਦੀ ਭਾਸ਼ਾ ਜਾਣਦਾ ਹੈ। ਤੋ ਸਿਰਫ ਬੱਚਾ ਹੈ, ਕੁਝ ਵੀ ਨਹੀਂ ਹੈ। ਤੋ ਬੱਚਾ ਛੋਟਾ ਜਿਹਾ ਨਿਦਾਨ, ਛੋਟੇ ਜਿਹੇ ਨਿਦਾਨ ਬੱਚੇ ਸਿਰਫ ਲੈਣ ਦੀ ਭਾਸ਼ਾ ਜਾਣਦੇ ਨੇ। ਇਹ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸਿਰਫ ਲੈਣਾ, ਸਾਰੀ ਜ਼ਿੰਦਗੀ ਲੈਣਾ। ਪਰ ਜੇ ਲੈਣਾ ਹੈ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਕਿਸੇ ਦੀ ਦੁਆ ਖੱਟ, ਕਿਸੇ ਤੋਂ ਦੁਆ ਲੈ, ਦੁਆ ਲੈ ਕਿਸੇ ਤੋਂ। ਪਰ ਉਹ ਮਨੁੱਖ ਲੈਣੀ ਨਹੀਂ ਚਾਹੁੰਦਾ, ਕਿਉਂਕਿ ਮਨੁੱਖ ਤੇ ਆਪ ਲੈਣਾ ਚਾਹੁੰਦਾ, ਕਿਸੇ ਨੂੰ ਕੁਛ ਦਿੰਦਾ ਥੋੜ੍ਹਾ ਹੈ। ਇਹ ਤੇ ਜਿੰਨਾ ਕੁਛ ਇਹਨੂੰ ਸਮਾਜ ਦੇ ਵਿੱਚ ਨਜ਼ਰ ਆਉਂਦਾ ਹੈ,
ਇਹ ਸਾਰਾ ਕੁਝ ਚਾਹੁੰਦਾ ਹੈ ਕਿ ਸਿਰਫ ਤੇ ਸਿਰਫ ਮੇਰੇ ਕੋਲ ਹੋਵੇ। ਪਰਮਾਤਮਾ ਦਾ ਜਿਹੜਾ ਇਹ ਘਰ ਹੈ, ਇਹ ਜਿਹੜਾ ਬਾਹਰੀ ਮਨੁੱਖ ਆਪਣੀ ਕਿਰਤ ਕਮਾਈ ਕਰਕੇ ਕਾਮਯਾਬ ਹੁੰਦਾ ਹੈ, ਤੇ ਦੋਨੇ ਟਾਈਮ ਦੇ ਵਿੱਚ ਪਰਮਾਤਮਾ ਨੇ ਕਿਹਾ ਸੀ ਕਿ ਇੱਥੇ ਤੈਨੂੰ ਇਹੋ ਜਿਹਾ ਧਨ ਮਿਲਣਾ ਹੈ ਜਿਹੜਾ ਤੈਨੂੰ ਅੰਦਰੋਂ ਕਾਮਯਾਬ ਰੱਖੇਗਾ, ਅੰਦਰੋਂ ਤੈਨੂੰ ਡੋਲਣ ਨਹੀਂ ਦੇਵੇਗਾ। ਇਹ ਧਨ ਜਿਹੜਾ ਤੂੰ ਧਨ ਕਮਾਇਆ ਹੈ, ਸੰਪਦਾ ਕਮਾਈ ਹੈ, ਘਰ-ਬਾਰ ਹੈ, ਮੋਟਰ ਗੱਡੀਆਂ ਨੇ, ਉਹਨਾਂ ਨੂੰ ਸਾਰਿਆਂ ਨੂੰ ਖਤਰਾ ਹੈ, ਦਿਨ ਰਾਤ ਲੁਟੇਰੇ ਲੁੱਟ ਲੈਣਗੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ। ਇਹ ਵੀ ਤੈਨੂੰ ਅੰਦਰੂਨੀ ਜੀਵਨ ਨੂੰ ਦਿਨ ਰਾਤ ਲੁਟੇਰੇ ਲੱਗੇ ਹੋਏ ਨੇ ਲੁੱਟਣ ਵਾਸਤੇ। ਔਰ ਇਹ ਧਨ ਐਸਾ ਹੈ ਜਿਹੜਾ ਤੂੰ 2 ਟਾਈਮ ਇਕੱਤਰ ਕਰਨਾ ਹੈ ਆਪਣੇ ਕੋਲ। ਚੇਤੇ ਰੱਖੀ ਕਿ ਇਹ ਧਨ ਤੈਨੂੰ ਡੋਲਣ ਨਹੀਂ ਦੇਵੇਗਾ। ਇਸ ਧਨ ਨੂੰ ਕੋਈ ਅਗਨੀ ਜਲਾ ਨਹੀਂ ਸਕਦੀ, ਪਾਣੀ ਇਸ ਨੂੰ ਡੋਬ ਨਹੀਂ ਸਕਦਾ, ਤੇ ਚੋਰ ਤੈਥੋਂ ਇਹਨੂੰ ਕੋਈ ਚੁਰਾ ਨਹੀਂ ਸਕਦਾ। ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਇਹ ਧਨ ਐਸਾ ਹੈ। ਹੁਣ ਮਰਜ਼ੀ ਤੇਰੇ ਤੇ ਖੜੀ ਹੈ ਕਿ ਜਿਹੜੇ ਧਨ ਲੁੱਟਿਆ ਜਾਣਾ, ਅੱਗ ਦੇ ਨਾਲ ਜਲਾਇਆ ਜਾਣਾ, ਪਾਣੀ ਨੇ ਡੋਬ ਦੇਣਾ, ਔਰ ਜਿਹੜਾ ਧਨ ਚੋਰ ਚੁਰਾ ਕੇ ਲੈ ਜਾਣਗੇ, ਔਰ ਜਿਹੜੇ ਧਨ ਕਾਰਨ ਕਰਕੇ ਤੇਰੀ ਜ਼ਿੰਦਗੀ ਨੂੰ ਖਤਰਾ ਬਣਿਆ ਰਹੇਗਾ 24 ਘੰਟੇ, ਤੂੰ ਹੁਣ ਉਹ ਧਨ ਇਕੱਠਾ ਕਰਨਾ ਜਾਂ ਤੂੰ ਉਹ ਧਨ ਇਕੱਠਾ ਕਰਨਾ ਜਿਹਦਾ ਕੋਈ ਖਤਰਾ ਨਹੀਂ ਹੈ, ਜਿਹਨੂੰ ਕੋਈ ਚੋਰ ਨਹੀਂ ਚੁਰਾ ਸਕਦਾ, ਕੋਈ ਉਸ ਨੂੰ ਅਗਨ ਜਾਲ ਨਹੀਂ ਸਕਦੇ, ਕੋਈ ਉਹਨੂੰ ਪਾਣੀ ਡੋਬ ਨਹੀਂ ਸਕਦਾ। ਇਹ 2 ਧਨ ਨੇ। ਹੁਣ ਮਰਜ਼ੀ ਤੇਰੇ ਤੇ ਖੜੀ ਹੈ ਕਿ ਤੂੰ ਕਿਹੜਾ ਧਨ ਆਪਣੇ ਕੋਲ ਇਕੱਤਰ ਕਰਨਾ ਚਾਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਇਹ ਧਨ ਐਸਾ ਹੈ ਪਰਮਾਤਮਾ ਦੇ ਨਾਮ ਦਾ ਕਿ ਜਿਹੜਾ ਮਨੁੱਖ ਨੇ ਇਕੱਤਰ ਕਰ ਲਿਆ, ਇਹਨੂੰ ਕੋਈ ਵੀ ਤੇਰੇ ਕੋਲੋਂ ਚੁਰਾ ਨਹੀਂ ਸਕਦਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਇਹ 2 ਸਮਾਂ ਬਖਸ਼ਿਸ਼ ਕੀਤਾ ਹੈ, ਜਿਹੜੇ ਅਸੀਂ ਇਸ ਧਨ ਦੀ ਇਕੱਤਰਤਾ ਦੇ ਵਿੱਚ ਲੱਗੇ ਰਹਿੰਦੇ ਹਾਂ ਕਿ ਜਿਹੜਾ ਧਨ ਇਕੱਤਰ ਕਰੀਏ ਜੋ ਸਾਨੂੰ ਪਰਮਾਤਮਾ ਨੇ ਕਿਹਾ। ਮਾਣਕ ਮੋਤੀ ਨਾਮ ਪ੍ਰਭ ਉਣ ਲੱਗੈ ਨਾਹੀ ਸਨ, ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਹ ਮਹਾਨ ਵਾਕ। ਇੱਕ ਧਨ ਬਾਹਰੀ ਹੈ ਜਿਹਨੂੰ ਸਭ ਲੁਟੇਰੇ ਲੁੱਟ ਲੈਂਦੇ ਨੇ, ਇੱਕ ਧਨ ਅੰਦਰੂਨੀ ਹੈ ਜਿਹਨੂੰ ਕੋਈ ਲੁੱਟ ਨਹੀਂ ਸਕਦਾ। ਮਰਜ਼ੀ ਮਨੁੱਖ ਦੀ ਹੈ ਕਿ ਤੇ ਧਨ ਇਹਨੇ ਕਿਹੜਾ ਇਕੱਤਰ ਕਰਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।